ਆਰ ਖੇਡਾਂ ਤੇ ਫਿਲਮ ਜਗਤ ਦੇ ਨਾਲ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਦੀ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼। ਕਰੋਨਾ ਵਾਇਰਸ ਦੀ ਆੜ ਵਿੱਚ ਕਈ ਅਜਿਹੇ ਹਸਪੀਟਲ ਨਿੱਜੀ ਹਸਪੀਟਲ ਨੇ ਜਿਹੜੇ ਕਿ ਮਰੀਜ਼ਾਂ ਦੀ ਲੁੱਟ ਕਰ ਰਹੇ ਨੇ ਤੇ ਹੁਣ ਇੱਕ ਪਹਿਲ ਕਦਮੀ ਕੀਤੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ। ਜਿੰਨੇ ਵੀ ਕਰੋਨਾ ਪੋਜ਼ਿਟਿਵ ਦੇ ਮਰੀਜ਼ ਨੇ ਉਹਨਾਂ ਦਾ ਇਲਾਜ ਅੱਧੇ ਰੇਟਾਂ 'ਤੇ ਕੀਤਾ ਜਾਵੇਗਾ। ਸਾਡੇ ਨਾਲ ਮੌਜੂਦ ਨੇ ਡਾਕਟਰ ਏਪੀ ਸਿੰਘ ਇਸ ਬਾਰੇ ਜ਼ਿਆਦਾ ਜਾਣਕਾਰੀ ਦੇਣ ਲਈ। ਡਾਕਟਰ ਸਾਹਿਬ, ਕੀ ਫੈਸਲਾ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਚਲਾਇਆ ਜਾ ਰਿਹਾ ਤੇ ਗੁਰੂ ਰਾਮਦਾਸ ਹਸਪੀਟਲ ਦੇ ਟਰਸਟ ਦੇ ਜਿਹੜੇ ਗੁਰੂ ਰਾਮਦਾਸ ਚੈਰੀਟੇਬਲ ਹਸਪੀਟਲ ਟਰਸਟ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਐਸਜੀਪੀਸੀ ਪ੍ਰੈਜ਼ੀਡੈਂਟ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ। ਉਹਨਾਂ ਵੱਲੋਂ ਇਹ ਡਿਸੀਜਨ ਲਿਆ ਗਿਆ ਕਿ ਜਿਉਂ ਪੇਸ਼ੈਂਟ ਦਾ ਨੰਬਰ ਵੱਧ ਰਿਹਾ ਪਲੱਸ ਪੇਸ਼ੈਂਟ ਦੇ ਚਾਰजेस ਬਹੁਤ ਜ਼ਿਆਦਾ ਲਏ ਜਾ ਰਹੇ ਨੇ, ਖਰਚਾ ਐਕਚੁਅਲ ਵੀ ਬਹੁਤ ਜ਼ਿਆਦਾ ਹੈ। ਕਿਉਂਕਿ ਤੁਸੀਂ ਦੇਖੋ, ਜੇ ਅਸੀਂ ਲਗਭਗ 10 ਪੇਸ਼ੈਂਟ ਦੀ ਇੱਕ ਲੈ ਕੇ ਚੱਲੀਏ ਤੇ ਉਹਦੇ ਵਿੱਚ ਜਿਹੜਾ ਸਟਾਫ ਨਰਸਿਸ ਡਾਕਟਰਸ, ਉਹਨਾਂ ਦੇ ਹੈਲਪਰ, ਉਹਨਾਂ ਦੇ ਜਿਹੜੇ ਉਹਨਾਂ ਨੂੰ ਫੂਡ ਸਪਲਾਈ ਕਰਨ ਵਾਲੇ, ਉਹਨਾਂ ਦੇ ਫੂਡ ਜਿਹੜੇ ਯੂਜ਼ਡ ਯੂਟੈਂਸਿਲਸ ਨੂੰ ਉਹਨਾਂ ਨੂੰ ਧੋਣਾ, ਉਹਨਾਂ ਦੇ ਕੱਪੜਿਆਂ ਨੂੰ ਡਿਸਇਨਫੈਕਟ ਕਰਨਾ, ਪਲੱਸ ਇਹ ਸਾਰਾ ਕੁਛ ਲਗਭਗ 64 ਦੇ ਕਰੀਬ ਪੀਪੀ ਕਿਟ ਯੂਜ਼ ਹੋ ਜਾਂਦੀਆਂ ਇੱਕ ਦਿਨ ਦੀਆਂ ਅਗਰ 10 ਪੇਸ਼ੈਂਟ ਹੋਣ। ਤੇ ਪੀਪੀ ਕਿਟ ਦੀ ਤੁਸੀਂ ਕਾਸਟ ਲਗਾ ਲਓ ਕਿ 1200 ਰੁਪਏ ਐਵਰੇਜ ਚੰਗੀ ਪੀਪੀ ਕਿਟ ਜਿਹੜੀ ਯੂਜ਼ ਕਰਨੀ, ਤੇ ਉਹਦਾ ਕਾਸਟ ਇੱਕ ਦਿਨ ਦੀ 10 ਪੇਸ਼ੈਂਟ ਪਿੱਛੇ 1,20,000 ਰੁਪਈਆ ਉਹਦਾ ਇੱਕ ਦਿਨ ਦੀ ਕਾਸਟ ਆ ਜਾਂਦੀ ਹੈ 10 ਪੇਸ਼ੈਂਟ ਦੀ। ਸੋ ਜੇ ਉਹਨਾਂ ਨੇ ਇੱਕ ਹਫ਼ਤਾ ਪੇਸ਼ੈਂਟ ਸਟੇ ਕਰਦਾ ਤੇ ਉਹਨਾਂ ਦੀ ਕਾਸਟ ਲਗਭਗ ਇੱਕ ਪੇਸ਼ੈਂਟ ਦੀ ਕਾਸਟ 1 ਲੱਖ ਤੋਂ 1.25 ਲੱਖ ਰੁਪਈਆ ਖਰਚ ਇੱਕ ਪੇਸ਼ੈਂਟ ਤੇ ਹੋਣਾ ਹੀ ਹੋਣਾ ਹੈ। ਅਗਰ ਉਹ ਪੇਸ਼ੈਂਟ ਸਿੰਪਟੋਮੈਟਿਕ ਨੇ ਤੇ ਉਹਨਾਂ ਨੂੰ ਐਡਮਿਸ਼ਨ ਦੀ ਲੋੜ ਹੈ। ਅਗਰ ਉਹ ਪੇਸ਼ੈਂਟ ਨੂੰ ਵੈਂਟੀਲੇਟਰ ਦੀ ਲੋੜ ਪੈ ਜਾਂਦੀ ਹੈ ਤੇ ਵੈਂਟੀਲੇਟਰ 'ਤੇ ਜਿਹੜਾ ਪੇਸ਼ੈਂਟ ਹੈ ਉਹਦੀ ਵੈਂਟੀਲੇਟਰ ਪਲੱਸ ਜਿਹੜਾ ਉੱਥੇ ਇੱਕ ਐਕਸਟਰਾ ਡਾਕਟਰ ਦੀ ਰਹਿਣਾ, ਸਟਾਫ ਨਰਸ 1:1 ਹੋ ਜਾਂਦੀ ਹੈ ਵੈਂਟੀਲੇਟਰ 'ਤੇ ਜਦੋਂ ਪੇਸ਼ੈਂਟ ਹੁੰਦਾ ICU ਦੇ ਵਿੱਚ। ਅਦਰਵਾਈਜ਼ ਵਾਰਡ ਦੇ ਵਿੱਚ 2:1 'ਤੇ ਅਸੀਂ ਰੱਖ ਕੇ ਚੱਲ ਸਕਦੇ ਹਾਂ ਕਿ 2 ਪੇਸ਼ੈਂਟ ਪਿੱਛੇ ਇੱਕ ਸਟਾਫ ਕੀਤੀ ਜਾ ਸਕਦੀ ਹੈ। ਹੁਣ ਅਸੀਂ ਇੱਕ ਜਿਹੜਾ ਬਾਕੀ ਨਾਲੋਂ ਵਧੀਆ ਚੀਜ਼ ਇਹ ਕੀਤੀ ਹੈ ਕਿ ਸਸਪੈਕਟਡ ਵਾਰਡ ਅਤੇ ਕਰੋਨਾ ਪੋਜ਼ੀਟਿਵ ਵਾਰਡ ਤੇ ਚਲੋ ਸਾਰੀਆਂ ਥਾਵਾਂ 'ਤੇ ਲੱਗ ਗਏ, ਪਰ ਅਸੀਂ ਸਸਪੈਕਟਡ ਨੂੰ ਵੀ ਅਲੱਗ-ਅਲੱਗ ਕਰ ਦਿੱਤਾ ਕਿ ਇੱਕ ਪੇਸ਼ੈਂਟ ਜਿਹੜਾ ਸਸਪੈਕਟਡ ਦੂਸਰੇ ਪੇਸ਼ੈਂਟ ਦੇ ਟੱਚ 'ਚ ਨਹੀਂ ਹੋਏਗਾ, ਉਹਦੀ ਸਟਾਫ ਅਲੱਗ ਹੋਏਗੀ, ਉਹਦੀ ਸਟਾਫ ਅਲੱਗ ਹੋਏਗੀ। ਤਾਂ ਕਰਕੇ ਕਿ ਜੇ ਬਾਈ ਚਾਂਸ ਇੱਕ ਪੇਸ਼ੈਂਟ ਦਾ ਜੇ ਕੱਲ੍ਹ ਟੈਸਟ ਪੋਜ਼ੀਟਿਵ ਆ ਜਾਂਦਾ ਹੈ ਤੇ ਉਹ ਸਟਾਫ ਦੋਵਾਂ ਦੀ ਸੇਮ ਹੋਣ ਕਰਕੇ ਉਹਨਾਂ ਦੇ ਨਾਲ ਕਿਸੇ ਤਰੀਕੇ ਥਰੂ ਸਟਾਫ ਜਿਹੜਾ ਉਹ ਕਮਿਊਨੀਕੇਟ ਨਾ ਹੋ ਜਾਵੇ ਤੇ ਉਹਨਾਂ ਦੀ ਸਟਾਫ ਅਲੱਗ ਹੈ ਤੇ ਉਹਦੀ ਸਟਾਫ ਅਲੱਗ ਹੋਏਗੀ। ਤਾਂ ਕਰਕੇ ਕਾਸਟ ਜਿਹੜੀ ਹੈ ਹੋਰ ਵੱਧ ਰਹੀ ਹੈ ਕਿਉਂਕਿ ਨੰਬਰ ਆਫ ਸਟਾਫ ਵੱਧ ਰਿਹਾ ਤੇ ਪੀਪੀ ਕਿਟ ਦਾ ਯੂਜ਼ ਵੱਧ ਰਿਹਾ। ਸੈਕਿੰਡ, ਜਦੋਂ ਪੇਸ਼ੈਂਟ ਵੈਂਟੀਲੇਟਰ 'ਤੇ ਹੈ ਤੇ ਵੈਂਟੀਲੇਟਰ ਫੈਸਿਲਿਟੀਜ਼ ਦੇ ਨਾਲ ਪੇਸ਼ੈਂਟ ਦੀ ਮੈਡੀਕੇਸ਼ਨ ਜਿਹੜੀ ਹੈ ਲਗਭਗ 3 ਤੋਂ 4 ਹਜ਼ਾਰ ਪਰ ਡੇ ਪੇਸ਼ੈਂਟ ਦੀ ਸਿਰਫ ਮੈਡੀਸਨ ਹੈ। ਇਸ ਕਰਕੇ ਅਸੀਂ 6,000 ਦੀ ਕਾਸਟ ਰੱਖ ਕੇ ਚੱਲ ਰਹੇ ਹਾਂ ਕਿ ਪੇਸ਼ੈਂਟ ਜਿਹੜਾ ਵੈਂਟੀਲੇਟਰ 'ਤੇ ਹੋਏਗਾ ਉਹ 6,000 ਰੁਪਈਆ ਐਕਸਟਰਾ ਉਹਦਾ ਲੱਗੇਗਾ। ਸੋ ਟੋਟਲ ਜਿਹੜੀ ਕਾਸਟ ਇਹ ਨਹੀਂ ਹੈ ਕਿ ਅਸੀਂ ਪੇਸ਼ੈਂਟ ਨੂੰ ਸਬਸਿਡਾਈਜ਼ ਕੀਤਾ, ਪਰ ਪੇਸ਼ੈਂਟ ਨੂੰ ਜਿਹੜੀ ਸਹੂਲਤ ਦਿੱਤੀ ਉਹਦੇ ਨਾਲ ਅਸੀਂ ਖੁਦ ਲਾਸ 'ਚ ਹਾਂ। ਅਸੀਂ ਤਕਰੀਬਨ ਸਾਨੂੰ 50,000 ਰੁਪਏ ਦਾ ਐਵਰੇਜ ਪਰ ਪੇਸ਼ੈਂਟ ਅਸੀਂ ਲਾਸ 'ਚ ਜਾਵਾਂਗੇ। ਉਹ 50,000 ਪੇਸ਼ੈਂਟ ਪੇ ਕਰੇਗਾ, 50,000 ਅਸੀਂ ਪੇਸ਼ੈਂਟ ਨੂੰ ਦੇ ਕੇ ਚੱਲ ਰਹੇ ਹਾਂ, ਜਿਹੜਾ 1.25 ਲੱਖ ਰੁਪਇਆ ਖਰਚ ਪੇਸ਼ੈਂਟ 'ਤੇ ਜਿਹੜਾ ਹੋਣ ਜਾ ਰਿਹਾ। ਕਿੰਨੇ ਪੇਸ਼ੈਂਟ ਵਾਸਤੇ ਤੁਸੀਂ ਇੰਤਜ਼ਾਮ ਕੀਤਾ ਉੱਥੇ ਜੀ? ਅਸੀਂ ਇਸ ਵੇਲੇ ਫਸਟ ਸਟੈਪ 'ਤੇ 48 ਪੇਸ਼ੈਂਟਸ ਦਾ ਇੰਤਜ਼ਾਮ ਕੀਤਾ, ਜਿਹਦੇ ਵਿੱਚੋਂ 8 ਬੈੱਡ ਜਿਹੜੇ ਉਹ ਵੈਂਟੀਲੇਟਰੀ ਬੈੱਡ ਨੇ, ਜਿਨ੍ਹਾਂ ਦੇ ਨਾਲ ਵੈਂਟੀਲੇਟਰ ਦੀ ਫੈਸਿਲਿਟੀ ਅਵੇਲੇਬਲ ਹੈ। ਤੇ ਫਸਟ ਸਟੈਪ 'ਤੇ ਸਾਡਾ ਇਹ ਅਰੇਂਜਮੈਂਟ ਹੈ। ਸੈਕਿੰਡ ਸਟੈਪ ਅਸੀਂ ਲੈ ਕੇ ਚੱਲ ਰਹੇ ਹਾਂ ਕਿ ਟੋਟਲ 120 ਦੀ ਅਰੇਂਜਮੈਂਟ ਅਸੀਂ ਲੈ ਕੇ ਚੱਲ ਰਹੇ ਹਾਂ। ਜੇ ਪੇਸ਼ੈਂਟ ਵੱਧਦਾ ਤੇ ਅਸੀਂ ਉਹ 120 ਬੈੱਡ ਦੀ ਅਰੇਂਜਮੈਂਟ ਨਾਲ ਲੈ ਕੇ ਅਸੀਂ ਚੱਲ ਰਹੇ ਹਾਂ। ਅਸੀਂ ਸੇਮ ਫੈਸਿਲਿਟੀ ਹਰ ਪੇਸ਼ੈਂਟ ਨੂੰ ਸੇਮ ਫੈਸਿਲਿਟੀ ਪ੍ਰੋਵਾਈਡ ਕਰਾਂਗੇ। ਉਹ ਸਰ ਇਹਦਾ ਇਲਾਜ ਤੇ ਹੈ ਨਹੀਂ, ਪਰ ਇੰਨਾ ਖਰਚਾ ਪ੍ਰਾਈਵੇਟ ਵਾਲੇ ਤੇ ਲੱਖਾਂ ਰੁਪਏ ਦਾ ਪੈਕੇਜ ਮੰਗ ਰਹੇ ਨੇ। ਦੇਖੋ, ਪ੍ਰਾਈਵੇਟ ਦੇ ਵਿੱਚ ਹੈ ਇਹ ਕੁਛ ਥਾਵਾਂ 'ਤੇ 80,000 ਰੁਪਈਆ ਇੱਕ ਦਿਨ ਦਾ, ਅਤੇ ਕੁਛ ਥਾਵਾਂ ਇਹੋ ਜਿਹੀਆਂ ਵੀ ਪ੍ਰਾਈਵੇਟ ਨੇ ਜਿਹੜੀਆਂ 30 ਤੋਂ 40,000 ਇੱਕ ਦਿਨ ਦਾ ਕਰ ਰਹੀਆਂ ਨੇ। ਸਿਰਫ ਉਸੇ ਚੀਜ਼ ਨੂੰ ਦੇਖਦਿਆਂ ਹੀ ਜਿਹੜੇ ਸਾਡੇ ਟਰਸਟ ਪ੍ਰੈਜ਼ੀਡੈਂਟ ਨੇ ਉਹਨਾਂ ਨੇ ਡਿਸਾਈਡ ਕੀਤਾ ਕਿ ਕੁਛ ਫੈਸਿਲਿਟੀਜ਼ ਇਹੋ ਜਿਹੀਆਂ ਵੱਧ ਰਿਹਾ, ਅੰਮ੍ਰਿਤਸਰ ਸ਼ਹਿਰ ਹੈ, ਅਸੀਂ ਕੁਛ ਫੈਸਿਲਿਟੀਜ਼ ਇਹੋ ਜਿਹੀਆਂ ਪ੍ਰੋਵਾਈਡ ਕਰੀਏ ਕਿ ਕੁਛ ਟਰਸਟ ਬੀਅਰ ਕਰੇ, ਕੁਛ ਪੇਸ਼ੈਂਟ ਬੀਅਰ ਕਰੇ, ਕਿ ਨਾ ਕਿ ਪੇਸ਼ੈਂਟ 'ਤੇ ਪੂਰਾ ਇਹੋ ਖਰਚਾ ਪਵੇ ਕਿ ਪੇਸ਼ੈਂਟ ਆਪਣਾ ਜੋ ਸਿੰਪਟੋਮੈਟਿਕ ਟਰੀਟਮੈਂਟ ਕਰਾਉਣੀ ਹੈ ਉਹ ਵੀ ਨਾ ਕਰਾ ਪਾਵੇ। ਅਤੇ ਦੂਸਰਾ, ਬਟ ਇਹ ਬਿਲਕੁਲ ਨਹੀਂ ਹੈ ਕਿ ਨੋ ਡਾਊਟ ਇਹਦੀ ਕੋਈ ਐਂਟੀਵਾਇਰਲ ਡਰੱਗ ਨਹੀਂ ਹੈ, ਪਰ ਜੋ ਸਿੰਪਟੋਮੈਟਿਕ ਉਹਦੀ ਟਰੀਟਮੈਂਟ ਅਤੇ ਮੈਡੀਸਨ ਦਾ ਖਰਚਾ ਹੈ
ਇਹ ਬਿਲਕੁਲ ਹੈ, ਕਿਉਂਕਿ ਦੇਖੋ ਨਾਲ ਉਹਨੂੰ ਕੋਮੋਰਬਿਡਿਟੀਜ਼ ਨੇ, ਕੋਈ ਡਾਇਬਟਿਕ ਹੈ, ਕੋਈ ਕਿਸੇ ਨੂੰ ਕਾਰਡਿਕ ਪ੍ਰੋਬਲਮ ਹੈ, ਕਿਸੇ ਨੂੰ ਕੁਝ ਹੋਰ ਪ੍ਰੋਬਲਮ ਹੈ, ਉਹ ਮੈਡੀਸਿਨ ਵੀ ਉਹਨਾਂ ਦੀ ਨਾਲ ਚੱਲਣੀ ਹੈ। ਉਹ ਤੇ ਮਲਟੀ ਡਿਜ਼ੀਜ਼ ਨਾਲ ਪੀੜਿਤ ਪੇਸ਼ੈਂਟ ਹੋ ਗਏ ਨਾ ਜੀ, ਜਿਨ੍ਹਾਂ ਦਾ ਇਕੱਲਾ ਕਰੋਨਾ ਦਾ ਇਲਾਜ ਚੱਲਦਾ, ਉਹਨਾਂ ਦੇ ਵੀ ਲੱਖਾਂ ਰੁਪਏ ਵਸੂਲੇ ਜਾ ਰਹੇ ਨੇ ਸਿਰਫ ਵੈਂਟੀਲੇਟਰ ਦੇ ਨਾਮ ਤੇ। ਹੋਰ ਕਿੰਨੇ ਕੁ ਖਰਚੇ ਹੈਗੇ ਨੇ, ਔਰ ਤੁਸੀਂ ਮਰੀਜ਼ ਦਾਖਲ ਕਰਨਾ, ਉਹਨੂੰ ਕਿੰਨੇ ਦਿਨ 'ਚ ਤੁਸੀਂ ਰਿਲੀਵ ਕਰਨਾ, ਉਹਦਾ ਪੂਰਾ ਖਰਚਾ ਕਿੰਨਾ ਹੋਏਗਾ? ਕੀ ਪੈਕੇਜ ਕੀ ਹੈ? ਹਫਤੇ ਦਾ ਪੈਕੇਜ ਹੈ, ਦੋ ਹਫਤੇ ਦਾ ਪੈਕੇਜ ਹੈ? ਅਸੀਂ ਜਿਹੜਾ ਹੁਣ ਪੇਸ਼ੈਂਟ ਨੂੰ ਲੈ ਕੇ ਚੱਲ ਰਹੇ ਹਾਂ, ਅਸੀਂ 1 ਹਫ਼ਤੇ ਦਾ ਪੈਕੇਜ ਲੈ ਕੇ ਚੱਲ ਰਹੇ ਹਾਂ ਕਿ 1 ਹਫ਼ਤਾ ਜਿਹੜਾ ਹੈ ਲਗਭਗ ਲੱਖ ਤੋਂ ਸਵਾ ਲੱਖ ਰੁਪਏ ਖਰਚ ਹੋਏਗਾ। ਉਹਦੇ ਵਿੱਚੋਂ ਪੇਸ਼ੈਂਟ ਨੂੰ 50% ਪੇਸ਼ੈਂਟ ਨੂੰ ਬੇਅਰ ਕਰਨਾ ਪਵੇਗਾ। ਉਹਦੇ ਵਿੱਚ ਅਸੀਂ ਪੇਸ਼ੈਂਟ ਨੂੰ ਮੈਡੀਸਿਨ ਸਾਰੀ, ਫੂਡ ਸਾਰਾ, ਅਸੀਂ ਉਹਨਾਂ ਦੀਆਂ ਜਿੰਨੀਆਂ ਇਨਵੈਸਟੀਗੇਸ਼ਨ, ਕਿਉਂਕਿ ਡੇ ਟੂ ਡੇ ਇਨਵੈਸਟੀਗੇਸ਼ਨ ਹੋਣੀਆਂ ਹੀ ਹੋਣੀਆਂ। ਦੂਸਰੀ ਗੱਲ ਜਿਹੜੀ ਤੁਸੀਂ ਕਹੀ ਹੈ ਵੀ ਮਲਟੀ ਡਿਜ਼ੀਜ਼, ਜਿਹੜੇ ਪੇਸ਼ੈਂਟ ਨੂੰ ਸਿੰਪਟਮ ਆ ਹੀ ਉਹਨਾਂ ਨੂੰ ਰਹੇ ਨੇ, ਜਿਨ੍ਹਾਂ ਨੂੰ ਨਾਲ ਕੋਈ ਨਾ ਕੋਈ ਕੋਮੋਰਬਿਡਿਟੀਜ਼ ਹੈਗੀਆਂ ਨੇ, ਜਿਨ੍ਹਾਂ ਨੂੰ ਕੋਈ ਡਾਇਬਟੀਜ਼ ਹੈ, ਕਿਸੇ ਨੂੰ ਹਾਰਟ ਪ੍ਰੋਬਲਮ ਹੈ, ਕੋਈ ਹਾਈਪਰਟੈਂਸ਼ਨ ਹੈ, ਕਿਸੇ ਨੂੰ ਉਹ ਹਰ ਪੇਸ਼ੈਂਟ ਹੀ ਉਸ ਪ੍ਰੋਬਲਮ ਨਾਲ ਆ ਰਿਹਾ ਕਿ ਜਿਨ੍ਹਾਂ ਨੂੰ ਨਾਲ ਕੋਈ ਨਾ ਕੋਈ ਇਲਨੈਸਿਸ ਨਾਲ ਹੈਗੀਆਂ ਨੇ। ਸੋ ਇਸ ਕਰਕੇ ਉਹਨਾਂ ਦਾ ਨਾਲ ਟਰੀਟਮੈਂਟ ਕਰਨਾ ਵੀ ਜ਼ਰੂਰੀ ਹੈ। ਤੇ ਪਲੱਸ ਜਿਹੜਾ ਅਸੀਂ ਸਿੰਪਟੋਮੈਟਿਕ ਟਰੀਟਮੈਂਟ ਅਸੀਂ ਕਰੋਨਾ ਪੇਸ਼ੈਂਟਸ ਨੂੰ ਦੇਣਾ, ਉਹ ਵੀ ਨਾਲ ਜ਼ਰੂਰੀ ਹੈ। ਤੇ ਮੈਡੀਸਨ ਦਾ ਜਿਹੜਾ ਖਰਚਾ ਤੇ ਉਹ ਤੇ ਲਗਭਗ ਤਕਰੀਬਨ ਪਰ ਡੇ ਦਾ ਉਹ 2-2.5 ਹਜ਼ਾਰ ਦਾ ਖਰਚਾ ਤੇ ਮੈਡੀਸਨ ਦਾ ਵੀ ਹੈਗਾ ਹੀ ਹੈਗਾ। ਪਲੱਸ ਪੀਪੀ ਕਿੱਟ ਜਿਹੜੀਆਂ ਯੂਜ਼ ਹੋਣੀਆਂ, ਖਰਚਾ ਸਭ ਤੋਂ ਵੱਧ ਜਿਹੜਾ ਵਧਾ ਰਿਹਾ ਇਸ ਚੀਜ਼ ਦੇ ਵਿੱਚ ਉਹ ਪੀਪੀ ਕਿੱਟ ਵਧਾ ਰਹੀਆਂ। ਜਿਹੜੇ ਅਸੀਂ ਬੱਚਿਆਂ ਨੂੰ ਜਿਹੜੇ ਉੱਥੇ ਕੋਈ ਸਾਡੇ ਜਿਹੜੇ ਡਾਕਟਰਸ ਨੇ ਜਾਂ ਜਿਹੜੇ ਯੰਗ ਡਾਕਟਰਸ ਨੇ, ਜਿਹੜੇ ਜਾਂ ਕੰਸਲਟੈਂਟ ਨੇ ਜਾਣਾ, ਸਵੇਰੇ ਸ਼ਾਮ ਕੰਸਲਟੈਂਟ ਨੇ ਜਾਣਾ, ਉਹਨਾਂ ਨੇ ਵੀ ਪੀਪੀ ਕਿੱਟ ਯੂਜ਼ ਕਰਨੀ ਹੈ। ਜਿਹੜਾ ਡਾਕਟਰ ਨੇ ਉੱਥੇ ਸਟੇ ਕਰਨਾ, ਉਹਨਾਂ ਨੇ ਵੀ ਕਰਨੀ ਹੈ। ਪਲੱਸ ਜਿਹੜੇ ਐਨਸਥੈਟਿਸਟ ਉੱਥੇ ਰਹਿਣੇ, ਉਹਨਾਂ ਨੇ ਵੀ ਕਰਨੀ ਹੈ। ਸਟਾਫ ਨੇ ਕਰਨੀ ਹੈ। ਦੇਖੋ ਨਾਈਟ ਡਿਊਟੀ ਜਿਹੜੀ ਉਹ 12 ਘੰਟੇ ਦੀ ਲਈ ਨਹੀਂ ਜਾ ਸਕਦੀ। ਸੋ ਅਸੀਂ ਨਾਈਟ ਡਿਊਟੀ ਨੂੰ ਵੀ 2 ਸ਼ਿਫਟ 'ਚ ਕਰ ਦਿੱਤਾ ਡਿਵਾਈਡ, ਕਿ ਤਾਂ ਕਿ ਕਿਉਂਕਿ ਪੀਪੀ ਕਿੱਟ ਪਾ ਕੇ ਗਰਮੀ ਇੰਨੀ 'ਚ ਪੀਪੀ ਕਿੱਟ ਪਾ ਕੇ ਬਹਿਣਾ ਬਿਲਕੁਲ ਮੁਸ਼ਕਲ ਹੈ। ਤੇ ਉਹ 4 ਅਸੀਂ ਸ਼ਿਫਟ ਦੇ ਵਿੱਚ ਡਿਊਟੀ ਉਹਨਾਂ ਦੀ ਕਰ ਦਿੱਤੀ ਹੈ। ਸੋ ਲਗਭਗ ਅਸੀਂ ਟੋਟਲ ਜੇ ਕਰਕੇ ਚੱਲੀਏ ਤੇ 80 ਕਿੱਟ ਦੇ ਕਰੀਬ ਅਸੀਂ ਰੋਜ਼ ਦੀ ਲੈ ਕੇ ਚੱਲ ਰਹੇ ਹਾਂ ਕਿ 80 ਕਿੱਟਾਂ ਸਾਰੀਆਂ ਥੱਲੇ ਜਿਹੜੇ EMPLOYEE ਨੇ, ਜਿਹੜੇ ਗਰਾਊਂਡ ਸਟਾਫ ਹੈ, ਪਲੱਸ ਜਿਹੜੇ ਉੱਪਰ ਹੈਗੇ ਨੇ, ਉਹਨਾਂ ਦੀ 80 ਕਿੱਟ ਦੇ ਲਗਭਗ ਯੂਜ਼ ਹੋਏਗੀ। ਅਮੂਮਨ ਮੰਨ ਕੇ ਚੱਲੀਏ 1 ਹਫ਼ਤੇ 'ਚ ਪੇਸ਼ੈਂਟ ਠੀਕ ਹੋ ਜਾਏਗਾ ਕਰੋਨਾ ਪੋਜ਼ਿਟਿਵ ਦਾ, ਜਾਂ ਹੋਰ ਵੀ ਦਿਨ ਲੱਗ ਸਕਦੇ? ਦੇਖੋ ਇਹ ਤੇ ਪੇਸ਼ੈਂਟ ਦੀ ਜਿਹੜੀ ਠੀਕ ਵਾਲੀ ਗੱਲ ਹੈ ਉਹ ਤੇ ਹਰ ਪੇਸ਼ੈਂਟ ਦੀ ਇਮਿਊਨਿਟੀ 'ਤੇ ਡਿਪੈਂਡ ਕਰਦਾ ਹੈ। ਕੁਝ ਪੇਸ਼ੈਂਟ ਦੇ ਜਿਹੜੀ ਹੈ ਐਕਸਰੇ ਰਿਕਵਰੀ ਜਿਹੜੀ ਹੈ 4ਵੇਂ-5ਵੇਂ ਦਿਨ ਵੀ ਦੇਖੀ ਗਈ ਹੈ, ਤੇ ਕੁਝ ਪੇਸ਼ੈਂਟ ਜਿਹੜੀ ਹੈ ਉਹ ਵਾਪਸੀ ਜਿਹੜੀ ਹੈ ਉਹ 10-12 ਦਿਨਾਂ ਬਾਅਦ ਵਾਪਸੀ ਹੋ ਰਹੀ ਹੈ। ਸੋ ਇਟ ਡਿਪੈਂਡਸ ਅਪੋਨ ਪੇਸ਼ੈਂਟ ਟੂ ਪੇਸ਼ੈਂਟ। ਇਮਿਊਨਿਟੀ ਕਿੰਨੀ ਹੈ ਪੇਸ਼ੈਂਟ ਦੀ, ਇਹਦੇ ਵਿੱਚ ਕੋਈ ਫਿਕਸ, ਕਿਸੇ ਪੇਸ਼ੈਂਟ ਬਾਰੇ ਕੁਝ ਫਿਕਸ ਨਹੀਂ ਕੀਤਾ ਜਾ ਸਕਦਾ। ਪਰ ਫਿਲਹਾਲ ਅਸੀਂ ਉਹਨੂੰ 1 ਹਫ਼ਤੇ ਦਾ ਕਰਕੇ ਚੱਲ ਰਹੇ ਹਾਂ ਕਿ ਕਿਉਂਕਿ ਆਮ 1 ਹਫ਼ਤੇ ਦੇ ਵਿੱਚ ਪੇਸ਼ੈਂਟ ਦੀਆਂ ਜਿਹੜਾ ਰਿਵਰਸ ਹੋ ਜਾਂਦਾ ਹੈ ਡਿਜ਼ੀਜ਼। ਡਾਕਟਰ ਸਾਹਿਬ, ਜ਼ਿੰਮੇਵਾਰੀਆਂ ਸਰਕਾਰ ਦੀਆਂ ਨੇ, ਕਿਆ ਸਰਕਾਰ ਫੇਲ ਸਾਬਿਤ ਹੋ ਰਹੀ ਹੈ ਤਾਂ ਜੋ ਤੁਸੀਂ ਹੁਣ ਇਹ ਸਟੈਪ ਜਿਹੜਾ SGPC ਨੇ ਲਿਆ ਵਾ? ਨਹੀਂ, ਸਰਕਾਰ ਫੇਲ ਸਾਬਤ ਨਹੀਂ ਹੋ ਰਹੀ, ਪਰ ਸਰਕਾਰ ਦੀ ਵੀ ਆਪਣੀਆਂ ਮਜਬੂਰੀਆਂ ਨੇ। ਕਿਉਂਕਿ ਦੇਖੋ ਨੰਬਰ ਆਫ, ਜਦੋਂ ਪੈਂਡੈਮਿਕ ਹੈ, ਪੈਂਡੈਮਿਕ ਦੇ ਵਿੱਚ ਅਸੀਂ ਸਾਰੇ ਰਲ ਕੇ ਚੱਲਾਂਗੇ ਤੇ ਤਾਂ ਹੀ ਕੰਮ ਚੱਲੇਗਾ। ਪੈਂਡੈਮਿਕ ਦਾ ਮਤਲਬ ਅਸੀਂ ਕਿਸੇ ਤੇ ਬਲੇਮ ਨਹੀਂ ਕਰ ਸਕਦੇ। ਪਰ ਲੋਕਾਂ ਦੀ ਲੁੱਟ ਹੋ ਰਹੀ ਹੈ, ਕਾਫੀ ਲੱਖਾਂ ਰੁਪਏ ਦੇ ਪੈਕੇਜ ਪ੍ਰਾਈਵੇਟ ਹਸਪਤਾਲਾਂ ਨੇ ਕੱਢ ਦਿੱਤੇ ਨੇ ਉਹਦੇ ਬਾਰੇ। ਦੇਖੋ ਉਹਦੇ ਲਈ ਤੇ ਮੈਂ ਇਹੋ ਹੀ ਰਿਕੁਐਸਟ ਕਰਾਂਗਾ ਕਿ ਜਿੰਨੀ ਅਸੀਂ ਕਿਸੇ ਨੂੰ ਫੈਸਿਲਿਟੀ ਦੇ ਸਕੀਏ ਉਹ ਦੇਣੀ ਚਾਹੀਦੀ ਹੈ। ਜਿੰਨਾ ਇਸ ਵੇਲੇ ਅਸੀਂ ਕਿਸੇ ਦੀ ਸਹਾਇਤਾ ਕਰ ਸਕੀਏ, ਪੇਸ਼ੈਂਟ ਮਜਬੂਰ ਹੈ ਤੇ ਅਸੀਂ ਉਹਦੀ ਸਹਾਇਤਾ ਕਰੀਏ, ਮਜਬੂਰੀ ਦਾ ਕਿਸੇ ਦਾ ਫਾਇਦਾ ਨਾ ਉਠਾਈਏ। ਦੈਟ ਇਜ਼ ਮਾਈ ਸੁਜੈਸ਼ਨ ਟੂ ਐਵਰੀਵਨ। ਅਜੇ ਵੀ ਬੜੇ ਸਾਰੇ ਲੋਕ ਨੇ ਜਿਨ੍ਹਾਂ ਨੂੰ ਹਜੇ ਤੱਕ ਪਤਾ ਨਹੀਂ ਹੈਗਾ ਵੀ ਤੁਹਾਡੇ ਤੁਸੀਂ ਇਲਾਜ ਦੇਣਾ 50% ਤੇ ਦੇਣਾ, ਮੈਂ ਉਹਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ? ਮੇਰਾ ਸਾਰਿਆਂ ਨੂੰ, ਮੇਰਾ ਪਬਲਿਕ ਨੂੰ ਵੀ ਇਹੋ ਹੀ ਹੈ ਕਿ ਇਸ ਵੇਲੇ ਆਪਣਾ ਜਿੰਨਾ ਉਹ ਬਚਾਅ ਕਰ ਸਕਣ, ਜਿੰਨੀ ਸੋਸ਼ਲ ਡਿਸਟੈਂਸਿੰਗ ਰੱਖ ਕੇ ਚੱਲ ਸਕਣ, ਮਾਸਕ ਵੀਅਰ ਕਰਕੇ ਚੱਲਣ, ਗੈਦਰਿੰਗ 'ਚ ਨਾ ਜਾਣ। ਜਿਹੜੀਆਂ 50 ਲੋਕਾਂ ਵਾਲੀ ਗੈਦਰਿੰਗ ਵੀ ਗਵਰਨਮੈਂਟ ਅਲਾਓ ਕੀਤੀ ਗਈ, ਉਹਦੇ 'ਚ ਵੀ ਨਾ ਪਾਰਟਿਸਿਪੇਟ ਕਰਨ। ਜਿੰਨਾ ਆਪਣਾ ਬਚਾਅ ਕਰਕੇ ਚੱਲਣ ਉਹ ਬੈਟਰ ਹੈ। ਤੇ ਜਿਹਨੂੰ ਕਿਸੇ ਨੂੰ ਵੀ ਸਿੰਪਟਮ ਹੈ ਨੇ, ਥੋੜ੍ਹੇ ਬਹੁਤੇ ਵੀ ਨੇ, ਉਹ ਇਮੀਡੀਏਟ ਹਸਪੀਟਲ ਨੂੰ ਅਪਰੋਚ ਕਰੇ, ਕਿਸੇ ਵੀ ਹਸਪੀਟਲ ਨੂੰ ਕਰੇ ਅਪਰੋਚ, ਪਰ ਇਮੀਡੀਏਟ ਆਪਣੇ ਹਸਪੀਟਲ ਨੂੰ ਅਪਰੋਚ ਕਰੇ ਤਾਂ ਕਿ ਟਾਈਮ ਨਾਲ ਉਹਦਾ ਕੰਜ਼ਰਵੇਟਿਵ ਟ੍ਰੀਟਮੈਂਟ ਜੋ ਵੀ ਹੈ ਉਹ ਸ਼ੁਰੂ ਹੋ ਸਕੇ। ਡਾਕਟਰ ਸਾਹਿਬ, ਅੱਗੇ ਵੀ ਕੁਛ ਮੈਂ 70 ਮਰੀਜ਼ ਜਿਹੜੇ ਦਾਖਲ ਸੀਗੇ ਉਹ ਵੀ ਠੀਕ ਕੀਤੇ ਜਾ ਚੁੱਕੇ? ਨਹੀਂ, ਅੱਗੇ ਸਾਡੇ ਕੋਲ 70 ਪੇਸ਼ੈਂਟ ਸੀਗੇ, ਉਹ ਤੇ ਬਿਲਕੁਲ ਸਾਰੇ ਹੀ ਸਿੰਪਟੋਮੈਟਿਕ ਹੋ ਗਏ, ਨੈਗੇਟਿਵ ਹੋ ਕੇ ਅਸੀਂ ਉਹਨਾਂ ਨੂੰ ਡਿਸਚਾਰਜ ਕਰ ਦਿੱਤਾ। ਅਸੀਂ ਉਹਨਾਂ ਦੇ ਉੱਤੇ ਉਹ ਹਜੂਰ ਸਾਹਿਬ ਤੋਂ ਆਏ ਗਏ ਸੀ, ਸਾਡੇ ਚੇਅਰਮੈਨ ਸਾਹਿਬ ਵੱਲੋਂ ਜੋ ਇੰਸਟਰਕਸ਼ਨ ਸੀਗੀਆਂ, ਉਹਨਾਂ ਕੋਲ ਅਸੀਂ 1 ਰੁਪਈਆ ਵੀ ਕਿਸੇ ਪੇਸ਼ੈਂਟ ਕੋਲ ਨਹੀਂ, ਟੋਟਲ ਫ੍ਰੀ ਟ੍ਰੀਟਮੈਂਟ ਟਰਸਟ ਵੱਲੋਂ ਕੀਤਾ ਗਿਆ ਸਾਰਾ ਪੇਸ਼ੈਂਟ ਦਾ ਉੱਤੇ। ਤੇ ਇਹ ਸਨ ਡਾਕਟਰ AP ਸਿੰਘ, ਜਿਨ੍ਹਾਂ ਨੇ ਦੱਸਿਆ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵੱਡੀ ਪਹਿਲ ਕਦਮੀ ਕੀਤੀ ਗਈ ਹੈ, ਕਿਉਂਕਿ ਲਗਾਤਾਰ ਜਿਹੜੇ ਕਰੋਨਾ ਪੋਜ਼ਿਟਿਵ ਦੇ ਕੇਸ ਵੱਧ ਰਹੇ ਨੇ, ਉਸ ਦੇ ਮੱਦੇਨਜ਼ਰ ਲੋਕਾਂ ਦੀ ਲੁੱਟ ਹੋ ਰਹੀ ਹੈ। ਪ੍ਰਾਈਵੇਟ ਹਸਪੀਟਲ ਵੱਲੋਂ ਲੱਖਾਂ ਰੁਪਏ ਦਾ ਪੈਕੇਜ ਜਿਹੜਾ ਉਹ ਲੋਕਾਂ ਤੋਂ ਲਿੱਤਾ ਜਾ ਰਿਹਾ। ਹੁਣ ਅਜਿਹੇ ਹਾਲਾਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਪਹਿਲ ਕਦਮੀ ਕੀਤੀ ਗਈ ਹੈ। ਅੱਧੇ ਖਰਚੇ 'ਤੇ ਹੁਣ ਜਿੰਨੇ ਵੀ ਪੇਸ਼ੈਂਟ ਕਰੋਨਾ ਪੋਜ਼ਿਟਿਵ ਦੇ ਆਉਣਗੇ ਉਹਨਾਂ ਲਈ ਟ੍ਰੀਟਮੈਂਟ ਸ਼ੁਰੂ ਕੀਤਾ ਜਾ ਰਿਹਾ, ਔਰ ਇਸ ਦਾ ਲੋਕਾਂ ਨੂੰ ਵੀ ਚਾਹੀਦਾ ਹੁਣ ਆਪਣੀ ਜਾਗਰੂਕਤਾ ਵਿਖਾਉਣ ਤਾਂ ਜੋ
ਪ੍ਰਾਈਵੇਟ ਹਸਪਤਾਲਾਂ ਪਾਸੋਂ ਵੀ ਜਿਹੜੇ ਖੱਜਲ ਖਵਾਰ ਲੋਕ ਹੋ ਰਹੇ ਨੇ ਔਰ ਠੱਗੀ ਦਾ ਸ਼ਿਕਾਰ ਹੋ ਰਹੇ ਨੇ, ਉਸ ਤੋਂ ਵੀ ਬਚਿਆ ਜਾ ਸਕੇ। ਕੈਮਰਾ ਪਰਸਨ ਮੁਕੇਸ਼ ਬਾਵਨਾ, ਸਿਕੰਦਰ ਪਸੀਚਾ, ਦੈਨਿਕ ਸਵੇਰਾ ਟੀਵੀ, ਅੰਮ੍ਰਿਤਸਰ। All World Open Challenge 17-time gold medalist Mia Rafiq Mohammed, पंडित मौलवी बेगम तांत्रिक इन्हां चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मिया रफीक मोहम्मद। मोबाइल 84 374 94 647 84 374 94 648।